ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ। ਕੱਲ੍ਹ ਅਸੀਂ ਪੰਜਾਂ ਦਾ ਪੰਜ ਪ੍ਰਵਾਨ, ਪੰਜ ਪ੍ਰਧਾਨ ਇਹ ਸਮਝਣਾ ਕੀਤਾ ਸੀ। ਇੱਥੇ ਕੱਲ੍ਹ ਆਪਾਂ ਪਹੁੰਚੇ ਸੀ ਕਿ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਪਰਮੇਸ਼ਰ ਜਿਹੜਾ ਹੈ ਉਹਨੇ ਇੱਥੇ ਸ੍ਰਿਸ਼ਟੀ ਨੂੰ ਸਾਰੀ ਨੂੰ ਨਾ ਜਿਹੜੀ ਧਰਮ ਜਿਹਨੂੰ ਅਸੀਂ ਆਖਦੇ ਹਾਂ, ਧਰਮ ਪੈਦਾ ਬਾਅਦ ਵਿੱਚ ਹੋਇਆ। ਪਹਿਲਾਂ ਦਇਆ ਪੈਦਾ ਹੋਈ। ਗੁਰੂ ਗੋਬਿੰਦ ਸਿੰਘ ਜੀ ਦਇਆ ਪੈਦਾ ਹੋਈ ਤੇ ਪੰਜ ਸਿੱਖਾਂ ਨੂੰ ਸਿੰਘ ਬਣਾ ਕੇ ਪੰਜ ਪਿਆਰੇ ਬਣਾਏ ਤੇ ਦਇਆ ਚੋਂ ਭਾਈ ਧਰਮ ਸਿੰਘ ਪ੍ਰਗਟ ਹੋਏ। ਦਇਆ ਸਿੰਘ ਜਿੱਥੇ ਧਰਮ ਦੇ ਅਰਥ ਕਾਨੂੰਨ ਨੇ, ਹੁਕਮ ਨੇ, ਸੱਚ ਨੇ। ਜਿਵੇਂ ਕਈ ਅੱਖਰਾਂ ਦੇ ਆਪਾਂ ਅਰਥ ਕਰਦੇ ਹਾਂ ਨਾ ਵੀ ਇੱਕੋ ਜਿਹੇ ਨਹੀਂ ਹੁੰਦੇ, ਉਵੇਂ ਧਰਮ ਦੇ ਅਰਥ ਵੀ ਇੱਕ ਨਹੀਂ ਹੈਗੇ, ਕਈ ਰੂਪ 'ਚ ਧਰਮ ਲਿਖਿਆ ਹੈ। ਅਸੀਂ ਤਾਂ ਧਰਮ ਬਸ ਇੱਕ ਖਾਸ ਲੋਕਾਂ ਦੀ ਮੈਜੋਰਟੀ ਜਾਂ ਖਾਸ ਲੋਕਾਂ ਦਾ ਇੱਕ ਗਰੁੱਪ, ਅਸੀਂ ਉਹਨੂੰ ਕਹਿੰਦੇ ਵੀ ਨਾ ਧਰਮ ਹੈ। ਬਸ ਧਰਮ ਕੀ ਹੈ ਇਹ ਤਾਂ ਕੋਈ ਮਤਲਬ ਨਹੀਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਧੌਲ ਧਰਮ ਹੈ, ਧਰਮ ਹੀ ਧੌਲ ਹੈ। ਅਸੀਂ ਰਾਤ ਜਿਹੜਾ ਜ਼ਿਕਰ ਕਰਦੇ ਸੀਗੇ, ਕਿਉਂਕਿ ਇਹ ਮੰਨਿਆ ਜਾਂਦਾ ਸੀਗਾ ਵੀ ਉਸ ਰੱਬ ਨੇ ਜੀ ਧਰਤੀ ਥੱਲੇ ਕੋਈ ਜਿਹੜਾ ਹੈ ਧੌਲਾ ਬਲਦ ਲਾਇਆ। ਧੌਲ ਉਹਦਾ ਰੰਗ ਸੀ, ਧੌਲਾ ਬਲਦ। ਕਿਸੇ ਚੀਜ਼ ਦਾ ਨਾਂ ਕਾਲਾ ਪੈ ਗਿਆ, ਕਿਸੇ ਦਾ ਪੀਲਾ ਪੈ ਗਿਆ, ਧੌਲਾ ਪਿਆ ਸੀ। ਧੌਲਾ ਸ਼ਬਦ ਕਿਹਨੂੰ ਕਹਿੰਦੇ ਨੇ ਉਹਦਾ ਪਤਾ ਹੀ ਹੋਣਾ ਤੁਹਾਨੂੰ, ਸਿਆਣੇ ਸਾਰੇ। ਰੰਗ ਆ ਸਿੱਧਾ ਸ਼ਬਦ ਹੈ ਕਿ ਹੁਣ ਤਾਂ ਤੇਰੇ ਧੌਲੇ ਆ ਗਏ। ਇਹ ਧੌਲਾ ਦਾ ਮਤਲਬ ਕੀ ਹੈ? ਚਿੱਟਾ, ਧੌਲਾ ਬਲਦ। ਇਹ ਸੱਚ ਧਰਮ ਹੈ, ਸੱਚ ਧਰਮ ਹੈ। ਸੱਚ ਚਿੱਟਾ ਹੁੰਦਾ ਹੈ। ਇਹ ਜੇ ਇਹ ਆਪਾਂ ਕਹਾਂਗੇ ਵੀ ਇਹ ਤਾਂ ਲਿਖਿਆ ਸੀ, ਲੋਕਾਂ ਨੇ ਕਿਹਾ ਸੀ ਵੀ ਇਹ ਧਰਤੀ ਜਿਹੜੀ ਹੈ ਧੌਲੇ ਬਲਦ ਨੇ ਚੱਕੀ ਹੋਈ ਹੈ। ਅਸੀਂ ਵੀ ਸੁਣਦੇ ਆਏ ਹਾਂ। ਫਿਰ ਧੌਲਾ ਬਲਦ ਕਿਤੇ ਖੜਾ, ਕੱਛੂ ਕੁੰਮੇ 'ਤੇ ਖੜਾ। ਕੱਛੂ ਕੁੰਮਾ ਤਾਂ ਕਿਤੇ ਹੋਏਗਾ ਹੀ। ਬਾਬੇ ਨੇ ਇਸ ਸਿਧਾਂਤ ਨੂੰ ਸਮਝਾਉਣ ਲਈ ਸੀ। ਅਸਲ ਵਿੱਚ ਭਾਈ ਕੀ ਹੈ ਧੌਲਾ? ਧੌਲਾ ਧਰਮ ਹੈ। ਧਰਮ ਕੀ ਹੈ ਇਹ ਆਪਾਂ ਰਾਤ ਵੀ ਜ਼ਿਕਰ ਕੀਤਾ ਸੀ। ਸਗਲ ਧਰਮ ਮੈਂ ਸ੍ਰੇਸ਼ਟ ਧਰਮ ਕਿਹੜਾ? ਹਰ ਕੋ ਨਾਮ ਜਪ ਨਿਰਮਲ ਕਰ। ਬਾਣੀ ਨੂੰ ਬਾਣੀ ਨਾਲ ਖੋਲ੍ਹੋ, ਕਿਸੇ ਦੇ ਅਰਥ ਦੀ ਲੋੜ ਨਹੀਂ ਰਹਿ ਜਾਂਦੀ। ਬਾਣੀ ਉੱਥੇ ਕੀ ਕਹਿੰਦੀ? ਤੁਸੀਂ ਯਕੀਨ ਕਰੋ, ਜਦੋਂ ਤੁਸੀਂ ਬਾਣੀ ਨੂੰ ਐਵੇਂ ਪੜ੍ਹੋਗੇ ਨਾ, ਤੁਹਾਨੂੰ ਐਵੇਂ ਲੱਗਿਆ ਕਰੂ ਵੀ ਤੁਸੀਂ ਮਤਲਬ ਸ਼ੁਰੂਆਤ 'ਚ ਕੋਈ ਸ਼ਬਦ ਪੜ੍ਹਿਆ, ਤੁਹਾਨੂੰ ਸਮਝ ਨਹੀਂ ਲੱਗਿਆ, ਲਾਸਟ 'ਤੇ ਜਾ ਕੇ ਤੁਸੀਂ ਇੱਕ ਪੰਕਤੀ ਪੜ੍ਹੀ, ਤੁਸੀਂ ਕਹੋ ਹਾਂ ਇਹ ਉਸ ਚੀਜ਼ ਦਾ ਅਰਥ ਹੈ। ਕੁਝ ਦਿਨ ਪਹਿਲਾਂ ਅਸੀਂ ਸਹਿਜ ਪਾਠ ਕੁਛ ਕੀਤਾ ਸੀ, ਉਹਦੇ ਵਿੱਚ ਇੱਕ ਸ਼ਬਦ ਆਇਆ ਅਤੇ ਅਕਸਰ ਹੀ ਪੜ੍ਹਦੇ ਰਹਿੰਦੇ ਸੀ ਅਸੀਂ। ਭਗਤ ਧੰਨਾ ਜੀ ਦਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਦਾਲ ਸਿੱਧਾ ਮੰਗੋ ਘੀਓ। ਹੁਣ ਅਰਥ ਕੀ ਕਰੇ ਜੀ? ਦਾਲ ਮੰਗ ਲਈ, ਸਿੱਧਾ ਮੰਗ ਲਿਆ, ਘਿਓ ਮੰਗ ਲਿਆ। ਜੇ ਪੈਸੇ ਆਪਾਂ ਇਹ ਕਹੀਏ, ਭਗਤ ਧੰਨਾ ਜੀ ਤਾਂ ਇੱਕ ਜ਼ਿਮੀਂਦਾਰ ਸਨ। ਜ਼ਿਮੀਂਦਾਰਾਂ ਦੇ ਚੀਜ਼ਾਂ ਤਾਂ ਆਮ ਘਰ ਹੁੰਦੇ ਨੇ। ਪਸ਼ੂ ਰੱਖਿਆ ਹੋਇਆ ਘਰੇ, ਉਹਨਾਂ ਦੇ ਘਰੇ ਤਾਂ ਮੱਝਾਂ ਰੱਖੀਆਂ ਸੀ, ਗਾਈਆਂ ਰੱਖੀਆਂ ਸੀ। ਜਿਹਦੇ ਗਾਈਆਂ ਨੇ ਉਹਦੇ ਦੁੱਧ ਹੋਊਗਾ, ਜਿਹਦੇ ਦੁੱਧ ਹੈਗਾ ਉਹਦਾ ਘਿਓ ਹੋਊਗਾ। ਅਤੇ ਜਿਹੜਾ ਜ਼ਿਮੀਂਦਾਰੀ ਕਰਦਾ ਉਹ ਦਾਲ ਮੰਗਣ, ਦਾਲ ਤਾਂ ਆਮ ਬੀਜਦੇ ਸੀ। ਆਟਾ ਮੰਗਣ ਦੀ, ਚੂਨਾ ਮੰਗਣ ਦੀ ਲੋੜ ਹੀ ਨਹੀਂ, ਆਟਾ ਤਾਂ ਉਹਦੇ ਘਰੇ ਹੋਣਾ। ਫਿਰ ਇਹ ਕਿਉਂ ਮੰਗਿਆ? ਕੀ ਭਗਤਾਂ ਨੇ ਆਟੇ ਦਾਲਾਂ ਹੀ ਮੰਗੀਆਂ? ਐਡੀ ਬ੍ਰਹਮ ਗਿਆਨ ਦੀ ਬਾਣੀ ਹੈ ਅਤੇ ਉਹ ਕਿਉਂ? ਫਿਰ ਉਹ ਕੁਝ ਦਿਨ ਮੈਂ ਪਹਿਲਾਂ ਅਸੀਂ ਪਾਠ ਕਰ ਰਹੇ ਸੀ, ਪਿੱਛੇ ਇੱਕ ਸ਼ਬਦ ਆਇਆ, ਮੈਂ ਉਹਨੂੰ ਵਿਚਾਰਾਂਗਾ, ਫਿਰ ਪੜ੍ਹ ਕੇ ਫਿਰ ਕਦੇ ਆਪ ਸਮਕਸ਼ ਰੱਖਾਂਗਾ। ਅੱਜ ਆਪਾਂ ਇਹਦੀ ਗੱਲ ਕਰਨੀ ਆ। ਉਹਦੇ 'ਚ ਦੱਸਿਆ ਵੀ
ਦਾਲ ਕਿਹੜੀ ਹੈ, ਸਿੱਧਾ ਕਿਹੜਾ ਹੈ, ਸੱਤ ਦਾ, ਸੰਤੋਖ ਦਾ, ਦਇਆ ਦਾ, ਧਰਮ ਦਾ, ਉਹਦੇ 'ਚ ਦੱਸੇ ਹੋਏ ਨੇ। ਇਹ ਮੰਗੇ ਹੋਏ ਨੇ, ਉਹਨਾਂ ਦੇ ਨਾਂ ਲਿਖੇ ਹੋਏ ਨੇ। ਜੇ ਜਿਹੜੀਆਂ ਚੀਜ਼ਾਂ ਨੂੰ ਉੱਥੇ ਨਾਲ ਮਿਕਸ ਕੀਤਾ, ਮੰਗਿਆ ਹੈ, ਉਹਨਾਂ ਦੇ ਨਾਲ ਦੱਸੇ ਹੋਏ ਨੇ ਵੀ ਆਹ ਦਇਆ ਹੈ, ਦਇਆ ਕਰਪਾਤੀ। ਧਾਨ ਕਿਹੜਾ ਹੈ, ਧਾਨ, ਉਹਦਾ ਨਾਂ ਦੱਸਿਆ। ਜਿਉਂ ਬਾਣੀ ਨੂੰ ਮਹਾਰਾਜ ਨੇ ਸਮਝਾਉਣ ਵਾਸਤੇ ਨਾ, ਜਿਹੜਾ ਬੰਦਾ ਜਿਵੇਂ ਕੰਮ ਕਰਦਾ, ਜਿਵੇਂ ਅੱਜ ਦਾ ਹੁਕਮਨਾਮਾ ਸਵੇਰ ਦਾ ਆਇਆ ਸੀ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਆ। ਤੁਸੀਂ ਪੜ੍ਹ ਕੇ ਆਏ ਹੋ, ਬਹੁਤਿਆਂ ਨੇ ਜਾਂਦੇ ਪੜ੍ਹਨਾ। ਹੁਣ ਗੱਲ ਤਾਂ ਕਿਰਸਾਨ ਦੀ ਹੈ ਵੀ ਕਿਰਸਾਨ ਭਾਈ ਹਾਲੀ ਕਰਦਾ ਹੈ, ਪਰ ਇੱਥੇ ਬਾਬੇ ਨੇ ਸਮਝਾਇਆ ਵੀ ਤੈਨੂੰ ਮੈਂ ਗਿਆਨ ਦੱਸਦਾ। ਇੱਕ ਕਿਰਸਾਨ ਦੀ ਗੱਲ ਤੋਂ ਹੀ ਗਿਆਨ ਦਿੱਤਾ ਵੀ ਮਨ ਹਾਲੀ ਹੈ। ਸਾਡਾ ਮਨ ਕੀ ਹੈ, ਹਾਲੀ ਹੈ। ਹਾਲੀ ਕੌਣ ਹੁੰਦਾ, ਖੇਤ ਕੰਮ ਕਰਨ ਵਾਲਾ ਹਾਲੀ, ਹਲ ਚਲਾਉਣ ਵਾਲਾ ਹਾਲੀ। ਕਿਰਸਾਨੀ ਉਹਦਾ ਕੰਮ ਹੈ, ਧੰਦਾ। ਕਿਰਸਾਨੀ ਕਰਦੇ ਨੇ, ਖੇਤੀ ਕਰਦੇ ਨੇ। ਕਿੱਥੇ ਖੇਤੀ ਹੁੰਦੀ ਹੈ, ਆ ਖੇਤ 'ਤੇ। ਖੇਤ ਕਿਹੜਾ ਹੈ, ਸਾਡਾ ਸਰੀਰ, ਤਨ ਖੇਤ। ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ। ਇਹਨੂੰ ਪਾਣੀ ਕਾਹਦਾ ਲਾਉਣਾ, ਮਿਹਨਤ ਦਾ ਪਾਣੀ ਲੱਗਦਾ। ਤਨ ਰੂਪੀ ਖੇਤ ਹੈ, ਇਸ ਖੇਤ ਵਿੱਚ ਮਨ ਹਾਲੀ ਜਿਹੜਾ ਕੁਝ ਬੀਜੇਗਾ ਉਹਨੂੰ ਫਿਰ ਰੋਜ਼ ਮਿਹਨਤ ਦਾ ਫਲ ਪਾਣੀ ਲਾਈ ਜਾਏ। ਬੀਜਣਾ ਕੀ ਹੈ, ਤੁਹਾਡੀ ਮਰਜ਼ੀ ਹੈ। ਬੰਦਾ ਕੋਈ ਕ੍ਰੋਧ ਬੀਜਿਆ ਹੋਇਆ, ਉਹਨੂੰ ਰੋਜ਼ ਨੂੰ ਉਸੇ ਗੱਲ ਨੂੰ ਯਾਦ ਕਰ ਕਰਕੇ ਦੁਖੀ ਹੋਈ ਜਾਂਦਾ, ਉਹ ਪਾਣੀ ਦੇਈ ਜਾਂਦਾ ਉਹਨੂੰ। ਰੋਜ਼ ਰੋਜ਼ ਪਾਣੀ ਦਾ ਬੂਟਾ ਵਧੀ ਜਾਂਦਾ। ਬਾਬਾ ਜੀ ਕਹਿੰਦੇ ਇਸ ਤਨ ਦੇ ਵਿੱਚ, ਖੇਤ ਦੇ ਵਿੱਚ ਬੀਜ ਬੀਜਣਾ, ਪਰ ਕਾਹਦਾ, ਨਾਮ ਬੀਜ। ਕੀ ਬੀਜਣਾ, ਨਾਮ। ਸੰਤੋਖ ਰੱਖ, ਸੰਤੋਖ ਦਾ ਸੁਹਾਗਾ। ਹੁਣ ਸੁਹਾਗਾ ਤਾਂ ਲੱਕੜ ਦਾ ਹੁੰਦਾ, ਸੰਤੋਖ ਦਾ ਥੋੜ੍ਹੀ ਹੁੰਦਾ। ਪਰ ਇਹ ਤਾਂ ਸਮਝਾਇਆ ਨਾ। ਉਸ ਇੱਕ ਕਿਰਸਾਣੀ ਕਰਨ ਵਾਲੇ ਬੰਦੇ ਨੂੰ ਵੀ ਗੁਰਮਤਿ ਦੀ ਸੋਝੀ ਪੈ ਜਾਏ। ਇੱਕ ਦੁਕਾਨਦਾਰੀ ਕਰਨ ਵਾਲੇ ਨੂੰ ਵੀ ਉਹਦੀ ਸੋਝੀ ਪੈ ਜਾਏ। ਅਗਲਾ ਸ਼ਬਦ ਇਹਦੇ 'ਚ ਹੀ ਆ, ਹਾਨ ਹੱਟ ਕਰ ਆਰਜਾ, ਉਹਦਾ ਵੀ ਕੀਤਾ। ਫਿਰ ਉਹਦੇ ਘੋੜੇ ਲੈ ਕੇ ਸੌਦਾਗਰੀ ਕਰਨੀ ਹੈ, ਸੌਦਾਗਰੀ ਦੀ ਗੱਲ ਕਰਦੇ ਨੇ। ਤੀਜਾ ਚਾਕਰੀ ਕਰਨੀ ਹੈ, ਚਾਕਰੀ ਦੀ ਗੱਲ। ਚਾਰੇ ਤਰ੍ਹਾਂ ਦਾ ਦੁਨੀਆ ਚੱਲਦੀ ਹੈ, ਕੰਮ ਇਹੀ ਕਰਦੇ। ਕੋਈ ਚਾਕਰ ਹੈਗਾ, ਕੋਈ ਬਿਜ਼ਨਸ ਕਰਦਾ, ਕੋਈ ਸੌਦਾਗਰੀ ਕਰਦਾ ਹੈ, ਕੋਈ ਖੇਤੀ ਕਰਦਾ ਹੈ। ਹੁਣ ਉੱਥੇ ਗੁਰੂ ਨੇ ਹਰੇਕ ਨੂੰ ਸਮਝਾਉਣ ਲਈ ਉਹਦੀ ਭਾਸ਼ਾ 'ਚ ਸਮਝਾਇਆ। ਮੈਂ ਤਾਂ ਹੈਰਾਨ ਹੁੰਦਾ ਕਈ ਵਾਰੀ ਧੰਦਿਆਂ 'ਤੇ। ਇੱਕ ਵਾਰੀ ਮੈਂ ਕਾਫੀ ਲਿਖਿਆ ਵੀ ਬਾਣੀ ਦੇ ਵਿੱਚ ਹਰੇਕ ਧੰਦੇ ਦਾ ਜ਼ਿਕਰ ਕੀਤਾ, ਉਹਨੂੰ ਪਰ ਰੰਗ ਦਿੱਤਾ ਹੈ। ਕੁਝ ਸ਼ਬਦ ਪੜ੍ਹਦੇ ਹਾਂ, ਰੰਗਨ ਰੰਗੋ ਸੀਵਨ ਸੀਵੋ ਰਾਮ ਨਾਮ ਬਿਨ ਘਰੀ ਨਾ ਜੀਵੋ। ਸੋਇਨੇ ਕੀ ਸੂਈ ਰੂਪੇ ਕਾ ਤਾਗਾ ਨਾਮੇ ਕਾ ਚਿਤ ਹਰਸਿਓ ਲਾਗਾ। ਕਿਹੜੀ ਸੋਇਨੇ ਦੀ ਸੂਈ ਹੈ, ਸੋਨੇ ਦੀ ਸੂਈ ਕਿੱਥੇ ਹੈ? ਰੂਪੇ ਦਾ ਤਾਗਾ, ਚਾਂਦੀ ਦਾ ਤਾਗਾ ਕਿੱਥੇ ਹੁੰਦਾ? ਉਹਦੇ ਅਰਥ ਕੁਝ ਹੋਰ ਨੇ। ਬਾਣੀ ਨੇ ਸਮਝਾਉਣ ਵਾਸਤੇ ਸਾਨੂੰ ਬਹੁਤ ਨੇੜੇ ਲੈ ਕੇ ਆ। ਮੈਂ ਫਿਰ ਬੇਨਤੀ ਕਰਦਾ ਸੀ ਵੀ ਬਾਣੀ ਨੂੰ ਬਾਣੀ ਨਾਲ ਖੋਲ੍ਹੋ, ਫਿਰ ਬੜੀ ਸੌਖੀ ਹੁੰਦੀ ਆ। ਕਿਸੇ ਤੋਂ ਅਰਥ ਜਦੋਂ ਤੁਸੀਂ ਪੜ੍ਹੋਗੇ, ਅਰਥ ਕੋਈ ਕਿਵੇਂ ਲਿਖ ਦਿੰਦਾ, ਕੋਈ। ਮੈਂ ਦੇਖ ਰਿਹਾ ਸੀਗਾ ਬਹੁਤੇ ਭਾਈ ਵੀਰ ਸਿੰਘ ਨੇ ਕਈਆਂ 'ਤੇ ਨਾਲ ਕਮੈਂਟ ਕਰਕੇ ਲਿਖੇ ਹੋਏ ਨੇ ਵੀ ਆਹ ਫਲਾਣਿਆਂ ਨੇ ਲਿਖਿਆ, ਆਹ ਫਲਾਣਿਆਂ ਨੇ ਲਿਖਿਆ, ਆਪਣੇ ਆਪਣੇ ਢੰਗ ਨਾਲ। ਪਰ ਜਦੋਂ ਉਹਦੀ ਜਿੰਨੀ ਕਿਸੇ ਦੀ ਗਹਿਰਾਈ ਹੈ, ਮੈਂ ਪਹਿਲਾਂ ਬੇਨਤੀ ਕੀਤੀ ਸੀ, ਮੰਨਣ ਵਾਲੇ ਬੰਦੇ ਦੀ ਗਹਿਰਾਈ ਤੁਸੀਂ ਨਹੀਂ ਨਾਪ ਸਕਦੇ ਵੀ ਕਿੰਨਾ ਕੁ ਮੰਨਿਆ, ਕਿੰਨਾ ਕੁ ਮੰਨਦਾ, ਕੌਣ ਕਿੰਨਾ ਕੁ। ਹੁਣ ਜਪਜੀ ਸਾਹਿਬ ਨੂੰ ਤੁਸੀਂ ਕਿੰਨਾ ਕੁ ਮੰਨਦੇ ਹੋ, ਮੈਂ ਕੀ ਦੱਸਾਂ। ਤੁਸੀਂ ਕਿੰਨਾ ਕੁ ਸੁਣਦੇ ਹੋ, ਮੈਂ ਦੱਸ ਸਕਦਾ। ਇੱਥੇ ਰੋਜ਼ ਸੁਣਦੇ ਹੋ, ਘਰੇ ਸੁਣਦੇ ਹੋ, ਕਿਤੇ ਸੁਣੇ, ਇਸ ਦੱਸ ਸਕਦਾ। ਸੁਣਨ ਦੀ ਅਵਸਥਾ ਆਪਾਂ ਦੇਖੀ ਸੀ। ਮੰਨਿਆ ਹੋਇਆਂ ਦੀ ਗੱਲ ਹੈ, ਉਹਨਾਂ ਦੀ ਗੱਤ ਕਹੀ ਨਾ ਜਾਏ। ਮੰਨੇ ਕੀ ਗੱਤ ਨਹੀਂ ਦੱਸੀ ਜਾ ਸਕਦੀ, ਮੰਨਣ ਵਾਲਿਆਂ ਦੀ ਅਵਸਥਾ। ਫਿਰ ਗੁਰੂ ਪਾਤਸ਼ਾਹ ਕਹਿੰਦੇ, ਇਸ ਕਰਕੇ ਕਹਿੰਦੇ ਧੌਲ ਧਰਮ ਆ ਭਾਈ, ਕਿਸੇ ਭੁਲੇਖੇ 'ਚ ਨਾ ਪਿਓ। ਧਰਮ ਹੈ, ਸ੍ਰਿਸ਼ਟੀ ਧਰਮ ਦੇ ਆਧਾਰ 'ਤੇ ਚੱਲਦੀ ਹੈ। ਇਹ ਦੋ ਵਾਰੀ ਸ਼ਬਦ ਹੈ, ਪਿੱਛੋਂ ਵੀ ਆਪਾਂ ਪੜ੍ਹਾਂਗੇ। ਰਾਤੀ ਰੁੱਤੀ, ਥਿੱਤੀ ਵਾਰ, ਪਵਨ ਪਾਣੀ ਅਗਨੀ ਪਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਤਾਂ ਧਰਮਸਾਲ ਹੈ, ਧਰਤੀ ਤਾਂ ਧਰਮਸਾਲ ਹੈ। ਧਰਮਸਾਲ ਕਿਹੜੀ ਹੁੰਦੀ ਆ? ਜਿਹੜਾ ਧਰਮਸ਼ਾਲਾ ਬਣਾਈਆਂ ਹੋਈਆਂ ਨੇ ਆਪਣੀਆਂ। ਇਹ ਧਰਮਸ਼ਾਲਾ 'ਚ ਕੀ ਹੁੰਦਾ? ਧਰਮਸ਼ਾਲਾ 'ਚ ਕੀ ਹੁੰਦਾ? ਜੇ ਕੋਈ ਬਰਾਤ ਆ ਗਈ, ਉਹਨੇ ਦਿਨੇ ਦਿਨੇ ਰਹਿਣਾ, ਸ਼ਾਮ ਨੂੰ ਚਲੇ ਜਾਣਾ। ਕੋਈ ਅੱਗੇ ਰਾਹੀਗੀਰੇ ਆਉਂਦੇ ਸੀ, ਉੱਥੇ ਰੁਕੇ। ਉਹਦਾ ਮਤਲਬ ਕੀ ਹੁੰਦਾ? ਧਰਮਸ਼ਾਲ ਹੁੰਦੀ ਸੀ ਜਿੱਥੇ ਬੈਠ ਕੇ ਰੱਬ ਦੀ ਗੱਲ ਹੁੰਦੀ, ਸਾਂਝੀ ਥਾਂ ਹੁੰਦੀ ਸੀ।
ये भी सांझी थां बनाई सी, इहदे ते भी लोगों ने बट्टा बना लिया, इहदे ते भी बॉर्डर बना लिए, धरती ते भी यही होया ना। गुरु नानक साहब कहते धर्मशाल सीगी, धर्म कमाया जाता सी। धर्म की सी? इत्थे ही सी। इस धरती नूं साਂਭਣ ਲਈ धर्म की सपोर्ट है, किसी होर बलद दे सिंग नहीं लगे हुए। फिर तो बड़ा बलद बेचारा औखा होऊगा, किहड़े किहड़े खड़ूगा, श्रीलंका लग ही रहिंदा, उहदे थल्ले सिंग लाऊगा जां किसी होर थल्ले लाएगा। धर्म ते खड़ी है धरती। तो गुरु पातशाह कहते धौल धर्म, पर यह कित्थों पैदा होंदा? दया का पूत है, दया चों पैदा होंदा है। देखो हुण समझो, जिन्ना भी बंदे, जिस बंदे ने धर्म कमाउणा उहदे अंदर दया चाहिदी है। आ झंडे लैके धर्म नहीं कमाया जाता, आ कर देंगे वो आ कर दे, धर्म की गल थोड़ी है। धर्म तो दया सिखा रहा है, प्रेम सिखा रहा है। असी झंडे लैके कित्थों धर्म कमावांगे? ये तो लोगों को गुमराह करने वाली गल्लां हुंदियां ने। धर्म कित्थे सिखाउंदा लड़ना किसी नाल वैर रखना। अब बड़ा कि मजहब है नहीं सिखाता किसी से बैर रखना, पर तो किते भी नहीं सीगा। ये नुकते समझण वाली गल सी। जिहड़ा जिस धर्म की गल, हलीमी राज की गल करते हैं, जिहड़ी हलीमी राज है वो तो साडा होया पिया गा। तुसीं किहड़े मर्जी मुल्क च बाजो ते खालसे का झंडा चढ़िया होया, तुसीं किसी मुल्क च वग जाओ, 150-100 फुट, 100 फुट के निशान सब चढ़े हुए हैं। तुहानूं कदे इंडिया का झंडा नहीं इस तरह दिसेगा, मुल्क का झंडा नहीं दिसेगा, साडा दिसेगा। ये राज सी, ये यही हो जाना। अज दुनिया दे विच खालसा एड वाले किवें दस दिता दुनिया नूं भी खालसा कौन हुंदा गा, खालसा एड वाले कौन ने, सिख नानक कौन है, दुनिया नूं पता लग गया। एवें पता लगना, गुणां नाल प्रगट होना खालसे ने, तो दुनिया अपने आप ही इस रस्ते ते आई जाएगी, समा आएगा। पर जिहड़ा आपां कहने जिस धर्म की असीं गल करते हैं वो उवें धर्म नहीं। धौल धर्म दया का पुत्र है, ये दया चों प्रगट होता है, ये धर्म सिखाउंदा है, दया है। वो होर नहीं है भी आप कहें मैं रात भी कर सिर्फ दया बंदा ये थोड़ी देख के करता, ना ना ना। वो कहते जान को देता है, जमान जान को देता है, अजान को देता है, जमीन को देता है, जमान को दे है। दीन दयाल दयापत दोखन देखता है पर देत ना आ रहा। वो सब दे दोख देखता है। देखो आ है संतोखी बंदे की गल जी मैं रात कह रहा सी कि वो किसी दे दोख देख लेंदा है, औगण वेख लेंदा, पर देन लग्या हारदा नहीं। किनू दिंदा है? जान को देता है, आ जान को देता है। मान लो भी तुसीं कोई चीज़ देने किसी आप कहने जानदा जी मैनू कोई गल नहीं दे दो, वो तो नहीं देखता मैनू, तो जानदा है कोई नहीं जानदा। अच्छा रब नूं बथेरे ने कहते रब नूं भी टिच्ची जानते हैं, मतलब वो कुछ जानते समझते नहीं, मतलब कि रब तो फिर उन्होंने भी दिंदा ही है ना। जान जिहड़े रब वाल तुरे हुए ने, जिहड़े उन्होंने जानते हैं उन्होंने भी दिंदा है। जिहड़ा रब की नज़र दे विच जां रब नूं जानदा ही कुछ नहीं, रब उन्होंने भी दिंदा है। ये है दया। जान को देता है, अजान को देता है, जिहड़ा अनजान है उन्होंने भी दिंदा है, ये उहदी दया। फिर क्या है? जमीन को देता है, जमान को देता है। जिहड़ा आसमान है सब नूं दिंदा, कित्ते मर्जी बैठा होवे, यही तो उहदी है। दीन दयाल दयानित, दया करन दा मतलब भी आ है। दोखण देखत है, लोकां दे दोख देखदा है, दोष देखदा है, पर देत ना रहे। थोड़ी कहता भी नहीं मैं देना नहीं, ਇਹਨੂੰ ਕਹਿੰਦੇ ਨੇ ਦਇਆ। मैं रात कह रहा ਸੀ ना भी ਤੁਸੀਂ ਕਿਸੇ ਨੂੰ ਦੇ ਦਿਓ ਇੱਕ ਵਾਰੀ, ਲੈ ਇਹਨੂੰ ਕੀ ਦਈਏ ਜੀ, ਸ਼ਰਾਬੀ ਬੰਦਾ ਰਾਤ ਨੂੰ ਸ਼ਰਾਬ ਹੀ ਪੀਣੀ ਇਹਨਾਂ ਨੇ। ਅਸੀਂ 10 ਰੁਪਏ ਦੇਣੇ ਹੁੰਦੇ ਨੇ, ਉਹ 10 ਗੱਲਾਂ ਸੋਚਦੇ ਆ ਪਹਿਲਾਂ ਮਨ 'ਚ, ਫਿਰ ਦਿੰਦੇ ਆ। दया नहीं हैगी, एहसान हो सकता है, दान हो सकता, पर दया नहीं। दया जाने जी की किछ पुण्य दान करे, दया जान के काम करना कुछ होर है। वो पुण्य दान करना ठीक है जी, मैं दानी है बड़ा दे देता है, नहीं नहीं। साहिब पातशाह कहते ये है धौल धर्म दया का भूत। अगर धर्म नूं कमाउणा है तो की चाहिए साडे कोले? दया चाहिए है बस।
दया का अर्थ आ है, ਐਵੇਂ नहीं। फिर दया ਤਾਂ ਹੋਏਗੀ जी जे बंदे ਕੋਲੇ ਕੀ ਹੋਏਗਾ, संतोख थाप रखिया जिन सूत। ये सूत्र है, रब का सूत्र की है, संतोख है। ਉਹਦੇ बदले कुछ नहीं चाहिए, ਇਹ चीज़ कुछ नहीं चाहिए। ਤੁਸੀਂ देखो रब सब कुछ ਦਿੰਦਾ है, ਕਹਿੰਦੇ जी ਉਹ नहीं नाम जपो ना जपो, मत्था टेकण आउने ना आओ, ਉਹਨੂੰ कोई फर्क नहीं है। ਵੱਡਾ ਨਾ ਹੋਤ ना घटता है, कि घट जाता साढ़े कहते, ना वड्डा हुंदा ना घटता। ये इस करके उहदी जिहड़ी दया है वो परमेश्वर दी उहने सूत्र विच बनाई है, वो संतोखी है। संतोखी वो हुंदा है, एक शब्द तुसीं होर भी कई बार सुनिया होएगा भी सखी दे संतोखी खाए, कई बार कहंदे ने। इहदा असल विच सीगा छकण वाले च संतोख होए, सती या सखी देण वाला है, दे ही जांदा है। दिंदा दे, पिछ पढ़ के से आपां, दिंदा दे, लैंदे बोलो लैंदे, तो वो तो नहीं थक्या, फिर थके कौन ने, लैण वाला। हुण तां जी खाधे नहीं जाते लड्डू, की करिए, हुण तां बजुर्ग हो गए, शुगर हो गई, माफ़ी चाहांगा, थक गए ना, उन्हें तो नहीं देण बंद किया, दे ही जांदा। ਇਹਦਾ मतलब वो संतोखी है। असी मुड़ांगे जो मुड़ांगे, जिदे साडे अंदर संतोख आ गया, साडी डिमांड, मतलब मैं रात जी गल कह रहा, संतोख का मतलब ये हुंदा इच्छा ही कोई नहीं, बस संतोखी उन्होंने कहते हैं। जे मेरे जिथे आके ना झगड़ा ही इत्थे प्रगट होंदा है, संतोख का सूत्र यही है, जिथे बंदे अंदर इच्छा प्रगट हो गई वो संतोख तो टुट जाता है। इच्छा ये है महाराज तेरी मर्जी है, करना होएगा कर दी, नहीं करना करके हो जाएगा बस, फिर की होएगा, फिर तुसी संतोखी हो। कोई ना संतोख च बैठे, सबर च बैठे नहीं होए ना सबर, तो लंगर च ही देख लिया करो, माफ़ी चाहांगा। रौला पैंदा हुंदा ना, जे किते दाल वाला बेचारा सीधा लंघ जे, इन्हां नूं पता ही नहीं वरताउण दा, बड़ियां नूं सुणदे उधर ही गेड़ा कड्ढी जांदे, इधर साडे वाली लाइन च तां आउंदे ही नहीं, ਚੱਕ के बाल्टी तुर पैंदे ने, वरताउण का पता नहीं, क्यों, माफ़ी चाहांगा, संतोख नहीं। इन्ना भी समा नहीं है। कई मैं देखे पा दे यार, दोबारा कौन मंगू, हुणी दे जा। संतोख का मतलब की है, कितना सहज चाहिए। मैं तो कई बार कहना, मैंने चेता एक बारी तो महापुरुषों को गए तो उत्थे प्रशादा छकण लगे, ये बिरती है तुहाडी भाई, ध्यान दिया जी, मैं जी गल कह लगा, जिस दिन भी लंगर छकते हो गुरुद्वारे, पेट ना भरिया करो। पेट ना भरिया का मतलब समझो कम की है, गुरु नानक तेरे घर का लंगर छकना तेनों दवाई बना दे, की बनेगा, दवाई बन गई। हुण जी पेट भर के लंगर ही छकना, फिर लंगर बन के पेट भरया गया बस। बाबा इनू संतोख बना दे, मैनू संतोख आ जाए, मैनू रज आ जाए, तो यकीन करो फिर एक प्रशादे च निशा हो जाएगी। बाबे दे दर ते आ, तुसीं देखो गुरु घर लंगर छकदे हो, मैं जी अज फलाने दे घरे लंगर छक के आया, उहदे घरे छक के आया, अज मैं गुरुद्वारे लंगर छकिया। गुरुद्वारा की गुरु का घर है, तो गुरु के घर विच बनी हुई चीज़ गुरु के दर तो हुक्म हुई च बनी हुई है, तो जी गुरु के हुक्म च बनी है वो गुरु का लंगर होएगा, वो किसी फलाने का लंगर नहीं है। ये समझने के नुकते ही नहीं। तुसी प्रशादा लैके कहे महाराज कृपा कर दो सब नाम संतोखी बन जाने ने, नहीं संतोख हैगा भावें फिर रौला ही पाई जाए, जाता भी करिए दाल मिली हुई नहीं हैगी, संतोख नहीं। ये सूत्र है एक भाई, संतोख थाप रखिया जिन सूत। सूत की है, सूत्र, ये सूत्र है भाई। संतोख तो बिना कुछ नहीं होना, ये ध्यान रखिया जी। संतोख बिना संतोख नाही को रज है, नहीं रजना कोई जिन्ना मर्जी हो, संतोख तो बिना नहीं रजदा। जिद्दे संतोख आ गया किसी चीज़ की भुख रहिंदी ही नहीं, कोई भुख नहीं रहती।
गुरु पातशाह जी अगे कहते आओ अगले शब्द ते, धौल धर्म दया का पूत संतोख थाप रखिया जिन सूत, जे को बुझै। हुण ध्यान दिओ, जे कोई इस गल नूं बुझ लवे होवै सचियार। पुछया सी ना भी कि सचियारा होई, इन्हें नहीं हटना भाई, तू चाहे मूँह ते उंगलियां रख दे, इन्हें नहीं हटना, मेरा ध्यान इहदे 'च ही रहना गा। आखो गज के सतनाम, मेरे कन्नी मूँह कर दे फिर इन्हें हट जाना गा। माफ़ी चाहांगा, ध्यान बार बार भड़कदा है। गुरु पातशाह कहते जे को बुझे, इस गल नूं कोई बुझ लवे, इस नूं बुझ लवे। बुझनी की सी? गुरा एक दे बुझाई, बुझा देवे, समझा देवे। जे को बुझे, किहड़ी गल बुझनी? आ उपर जिहड़ी दस्सी ने बुझणियां सीगीआं गल्लां, सारियां बुझणियां ने। हुण ध्यान दिओ भी गुरबाणी बुझण नूं कहंदी है कि बाणी पढ़न नूं कहंदी है। ਜਿਹੜੇ ਨੁਕਤੇ ਗੁਰੂ ਨਾਨਕ ਸਾਹਿਬ ਦੇ ਰਹੇ ਨੇ ਬੁੱਝਣੇ ਸੀਗੇ। ਜੇ ਕੋਈ ਬੁੱਝੇ ਫਿਰ ਹੋਏਗਾ ਕੀ ਬਣੇਗਾ? ਸਚਿਆਰ। ਤੇ ਪਿੱਛੇ ਤੁਸੀਂ ਪੜ੍ਹ ਕੇ ਆਏ ਸੀ, ਕਿਵ ਸਚਿਆਰਾ ਹੋਈ ਐ, ਕਿਵੇਂ ਸਚਿਆਰੇ ਬਣੀਏ? ਆ ਨੁਕਤਾ ਦੱਸ ਕੇ ਕਹਿੰਦੇ ਬੁੱਝ ਲਓ, ਇਸ ਗੱਲ ਨੂੰ ਬੁੱਝ ਲਓ, ਸਚਿਆਰੇ ਬਣਨਾ। ਉੱਥੇ ਵੀ ਗੱਲ ਨਾਲ ਨਾਲ ਦੱਸੀ ਸੀ, 5 ਗੱਲਾਂ ਦਸੀਆਂ। ਹੁਣ ਪੰਚ ਜਿਹੜਾ 5 ਬਣ ਗਿਆ ਉਹ ਇਸ ਗੱਲ ਤੇ ਆ ਜਾਂਦਾ ਹੈ, ਇਸ ਗੱਲ ਨੂੰ ਬੁੱਝ ਲੈਂਦਾ ਵੀ ਭਾਈ ਇੱਥੇ ਕੋਈ ਹੋਰ ਨਹੀਂ, ਸਭ ਉਹਦਾ ਹੁਕਮ ਚੱਲਦਾ, ਉਹਦੇ ਧਰਮ 'ਚ ਚੱਲਦਾ, ਉਹਦੇ ਸੰਤੋਖ 'ਚ ਤੁਰਦਾ ਹੈ। ਫਿਰ ਸਚਿਆਰਾ ਬਣੇਗਾ। ਬਣਨਾ ਕੀ ਸੀ? ਸਚਿਆਰੀ ਬਣਨਾ। ਇੱਥੇ ਕਲੀਅਰ ਕਰਕੇ ਗੱਲ ਨੂੰ, ਜੇ ਕੋ ਬੁਝੇ ਮਹਾਰਾਜ ਕਹਿੰਦੇ ਫਿਰ ਉਹ ਹੋਵੇ ਸਚਿਆਰ। ਅੱਗੇ ਕਹਿੰਦੇ ਧਵਲੇ ਉੱਪਰ ਕੀਤਾ ਭਾਰ। ਹੁਣ ਇਹ ਗੱਲ ਤਾਂ ਕਹੀ ਜਾਂਦੇ ਨੇ ਵੀ ਧੌਲਾ ਬਲਦ ਹੈ, ਧਵਲਾ। ਹੁਣ ਇੱਥੇ ਧਵਲਾ ਲਿਖਿਆ, ਉੱਪਰ ਕੀ ਲਿਖਿਆ ਜੀ? ਧੌਲ। ਦੋ ਹੀ ਸ਼ਬਦ ਬਦਲ ਗਏ, ਧਵਲਾ ਤੇ ਧੌਲ। ਧਵਲੇ ਉੱਪਰ ਕੀਤਾ ਭਾਰ। ਕਿਹੜਾ ਭਾਰ ਆ? ਤੁਸੀਂ ਦੱਸੋ ਤਾਂ ਸਹੀ। ਬਾਬਾ ਨਾਨਕ ਐਵੇਂ ਆ, ਕੇਤੇ ਦਾ ਅਰਥ ਐ ਬਣਨਾ, ਐਵੇਂ ਕਹਿੰਦੇ ਨੇ ਉਹ। ਦੱਸੋ ਤਾਂ ਸਹੀ ਕਿਹੜਾ ਭਾਰ ਆ? ਤੁਸੀਂ ਕਿਹੜੇ ਬਲਦ ਤੇ ਭਾਰ ਰੱਖਿਆ ਹੋਇਆ, ਚੱਕਿਆ ਹੋਇਆ? ਆ ਧਰਤੀ ਜਿਹੜੀ ਹੈ, ਆਪਾਂ ਨੂੰ ਬਾਬਾ ਕੀ ਸਮਝਾ ਰਿਹਾ? ਧਰਮ ਦੱਸ ਰਿਹਾ। ਉੱਪਰ ਪੜ੍ਹਿਆ ਸੀ ਨਾ ਵੀ ਧੌਲ ਧਰਮ ਹੈ, ਕੋਈ ਹੋਰ ਬਲਦ ਦੀ ਗੱਲ ਨਹੀਂ। ਮੈਂ ਤਾਂ ਧਰਮ ਸਿਖਾਉਣਾ, ਤੈਨੂੰ ਸਚਿਆਰੇ ਬਣਾਉਣਾ। ਕਹਿੰਦੇ ਨਹੀਂ ਨਹੀਂ, ਇਹ ਤਾਂ ਧਰਮ ਬਲਦ ਨੇ ਚੱਕੇ। ਬਾਬਾ ਕਹਿੰਦੇ ਮੈਨੂੰ ਦੱਸੋ ਤੁਸੀਂ ਕਿਹੜੇ ਬਲਦ ਤੇ ਭਾਰ ਆ ਭਾਈ? ਧਵਲੇ ਉੱਪਰ ਕੇਤਾ, ਕਿਹੜਾ ਭਾਰ ਹੈ? ਜੇ ਭਾਰ ਹੋਵੇ ਧਰਤੀ ਹੋਰ, ਪਰੈ ਹੋਰ। ਹੋਰ ਧਰਤੀ ਹੋਰ, ਸ਼੍ਰੀਲੰਕਾ ਵਾਲੇ ਤਾਂ ਜਮੇ ਅਲੱਗ ਨੇ, ਨਿਊਜ਼ੀਲੈਂਡ ਵਾਲੇ ਹੋਰ ਅਲੱਗ ਨੇ, ਆਸਟ੍ਰੇਲੀਆ ਵਾਲੇ ਅਲੱਗ ਨੇ। ਤੇ ਫਿਰ ਕਿਹੜੇ ਕਿਹੜੇ ਥੱਲੇ ਉਹਦੇ ਸਿੰਘ ਵਸਾਏ ਹੋਏ ਨੇ? ਫਿਰ ਉਹਨੇ ਬਲਦ ਹੋਣਗੇ। ਹੋ ਗਿਆ ਨਾ ਖੰਡਨ। ਬਾਬੇ ਨੇ ਸਮਝਾਇਆ ਭਾਈ ਇਹਦੇ ਸਿਰਾਂ 'ਤੇ ਨਹੀਂ ਹੈਗੀ, ਇਹ ਤਾਂ ਧਰਮ ਨੇ ਟਿਕਾਈ ਹੋਈ ਹੈ। ਹੁਣ ਦੂਜੇ ਪਾਸੇ ਨੁਕਤਾ ਥੋੜ੍ਹਾ ਮੈਂ ਰੋਕ ਕੇ ਪੜ੍ਹਨ ਲੱਗਿਆ ਵੀ 70% ਤਾਂ ਪਾਣੀ ਹੈ, ਧਰਤੀ ਥੋੜ੍ਹੀ ਹੈ। ਫਿਰ ਪਾਣੀ ਦੇ ਵਿੱਚ ਸਿੰਘ ਹੋ ਸਕਦੇ ਸੀ ਵੀ ਜ਼ਿਆਦੇ ਆ, ਧਰਤੀ 'ਤੇ ਕਿੱਥੇ ਹੋ ਸਕਦੇ? ਪੂਰੀ ਧਰਤੀ ਦੇ ਉੱਤੇ 70% ਪਾਣੀ ਹੈ, ਨਹੀਂ ਤਾਂ ਡੁਬੋ ਦੇ ਸਾਰਾ ਕੁਛ ਕਰਦੇ। ਪਰ ਜੇ ਰੁਕੀ ਹੋਈ ਹੈ, ਕਾਹਦੇ ਕਰਕੇ ਰੁਕੀ ਹੈ? ਧੌਲ ਉਹਦੇ ਧਰਮ ਕਰਕੇ ਰੁਕੀ ਹੋਈ ਹੈ, ਉਹਦੇ ਹੁਕਮ ਕਰਕੇ ਰੁਕੀ ਹੋਈ ਹੈ। ਇਹੀ ਸਮਝਾਇਆ ਸੀ, ਹੁਕਮੇ ਅੰਦਰ ਸਭ ਕੋ। ਐਵੇਂ ਨਹੀਂ ਹੈਗਾ ਵੀ ਕੋਈ ਉਹ ਗੱਲਾਂ ਬਣਾ ਕੇ, ਨਾ। ਐਡੀ ਸਪੀਡ ਨਾਲ ਧਰਤੀ ਘੁੰਮ ਰਹੀ ਹੈ। ਹੁਣ ਤਾਂ ਅਸੀਂ ਸਾਰੇ ਅੱਜ ਤਾਂ ਐਜੂਕੇਸ਼ਨ ਇੰਨੀ ਵੱਧ ਗਈ, ਲੋਕਾਂ ਨੂੰ ਪਤਾ ਹੈ ਵੀ ਪ੍ਰਤੀ ਜਿਹੜਾ ਹੈ 1 ਘੰਟਾ ਦੀ ਸਪੀਡ ਹੈ 1 ਲੱਖ ਵਰਗ ਕਿਲੋਮੀਟਰ ਕੱਢਦੀ ਹੈ। 1 ਲੱਖ ਵਰਗ ਕਿਲੋਮੀਟਰ 1 ਘੰਟੇ 'ਚ, ਇੱਡਾ ਰਾਊਂਡ ਆ ਉਹਦਾ। ਅਤੇ 1 ਸੈਕਿੰਡ ਦੇ ਵਿੱਚ 32 ਕਿਲੋਮੀਟਰ ਲੰਘਦੀ ਹੈ। 1 ਸੈਕਿੰਡ 'ਚ ਕਿੰਨਾ ਹੁੰਦਾ ਸੈਕਿੰਡ? ਇੰਨਾ ਵੀ ਜੇ ਐਂ ਕਰਿਆ ਤਾਂ ਇਹਦੇ ਕਿਤੇ ਰੈਕੋਰਡ ਪਹੁੰਚ ਗਈ। ਇੰਨੀ ਸਪੀਡ ਨਾਲ ਚੱਲ ਰਹੀ ਹੈ। ਬਾਣੀ ਕਹਿੰਦੀ ਹੈ ਇੰਨੀ ਸਪੀਡ ਨਾਲ ਚੱਲਦੀ ਹੈ, ਪਰ ਕਿਸੇ ਨਾਲ ਟਕਰਾਉਂਦੇ ਹੀ ਨਹੀਂ ਹੈਗੇ। ਕਿਉਂ ਨਹੀਂ ਟਕਰਾਉਂਦੇ? ਕਿਉਂਕਿ ਭੈ ਵਿੱਚ ਨੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਭੈ ਵਿੱਚ ਸਿੱਧ ਬੁੱਧ ਸਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਧ ਮਹਾਵਲ ਸੂਰ, ਭੈ ਵਿੱਚ ਆਵੇ ਜਾਵੇ ਹੂਰ। ਸਗਲਿਆ ਭਉ ਲਿਖਿਆ ਸਿਰਲੇਖ। ਸਾਰਿਆਂ 'ਤੇ ਉਹਦਾ ਭਉ ਚੱਲਦਾ ਹੈ, ਰੱਬ ਦਾ ਹੁਕਮ ਚੱਲਦਾ। ਭੈ ਦੇ ਅਰਥ ਹੁਕਮ ਨੇ। ਹੁਕਮ ਤੋਂ ਹੀ ਗੱਲ ਚੱਲੀ ਸੀ। ਹੁਕਮ ਰਜਾਈ, ਬੋਲੋ ਹੁਕਮ ਰਜਾਈ। ਅਤੇ ਜੇ ਸੂਰਜ ਹੁਕਮ 'ਚ ਚੱਲ ਸਕਦਾ, ਤੈਨੂੰ ਕੀ ਪ੍ਰੋਬਲਮ? ਆਹੀ ਰੌਲਾ ਹੈ।
ਤੇ ਆਪਾਂ ਨੂੰ ਕਾਹ 'ਚ ਚਲਾਉਣਾ? ਹੁਕਮ ਰਜਾਈ ਚੱਲਣਾ। ਜੇ ਤੂੰ ਸਚਿਆਰਾ ਬਣਨਾ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੈ ਪਾਲ। ਬਾਬਾ ਕਹਿੰਦਾ ਹੁਕਮ ਰਜਾਈ ਚੱਲਣਾ। ਚੱਲ ਤੂੰ ਸਚਿਆਰਾ ਬਣ ਜੇ, ਹੁਕਮ 'ਚ ਚੱਲ, ਰਜਾ 'ਚ ਚੱਲ, ਉਹਦੀ ਭੈ 'ਚ ਚੱਲ। ਇਸ ਕਰਕੇ ਕਹਿੰਦੇ ਧਰਤੀ ਹੋਰ ਪਰੇ ਹੋਰ, ਫਿਰ ਤਾਂ ਹੋਰ ਆ। ਤਿਸ ਤੇ ਭਾਰ ਤਲੇ ਕਵਣ ਜੋਰ। ਫਿਰ ਉਹਦੇ 'ਤੇ ਭਾਰ ਕਿਵੇਂ ਆ? ਉਹਦੇ ਥੱਲੇ ਕੌਣ ਆ ਜਿਹੜਾ ਉਹਦੇ ਭਾਰ ਨੂੰ ਚੱਕੀ ਬੈਠਾ? ਤਿਸ ਤੇ ਭਾਰ ਤਲੇ, ਤਲੇ ਥੱਲੇ ਕਵਣ ਜੋਰ। ਕਿਹਦਾ ਜ਼ੋਰ ਆ ਥੱਲੇ? ਉਹਦੇ ਕਿਹਦੇ ਜ਼ੋਰ 'ਤੇ ਧਰਤੀ ਖੜੀ ਹੈ? ਫਿਰ ਜੇ ਇੱਥੇ ਤਾਂ ਹੈਗਾ ਆਸਟ੍ਰੇਲੀਆ ਸ੍ਰੀਲੰਕਾ ਵਾਲਾ ਤਾਂ ਡੁੱਬ ਜਾਂਦਾ, ਜੇ ਉੱਥੇ ਬਲਦ ਫਿਰ ਉੱਧਰ ਜਾਂਦਾ ਭੱਜ ਕੇ। ਬਲਦ ਨੇ ਪੱਠੇ ਵੀ ਖਾਣੇ ਹੋਣੇ ਨੇ, ਵਿਚਾਰਾ ਖੜਿਆ ਖੜਾ ਥੱਕ ਵੀ ਜਾਂਦਾ ਹੋਏਗਾ। ਇਹ ਸਮਝਾਉਣ ਦੇ ਨੁਕਤੇ ਸੀ, ਗਲਤ ਅਰਥ ਹੋ ਗਿਆ। ਫਿਰ ਸਾਹਿਬ ਕਹਿੰਦੇ, ਹੁਣ ਸਮਝਾਉਂਦੇ ਨੇ, ਜੀ ਜਾਤ ਰੰਗਾ ਕੇ ਨਾਮ। ਇਹ ਭਾਈ ਜੀ ਜਿੰਨੇ ਵੀ ਨੇ, ਦਇਆ ਜਾਣੇ ਜੀ ਕੀ, ਜਿੰਨੇ ਵੀ ਜੀ ਨੇ ਨਾ, ਇਹਨਾਂ ਦੀ ਜਾਤ ਹੈ। ਜਾਤ ਆ ਜਾਤਾਂ ਨਹੀਂ ਜਿਹੜੀਆਂ ਅਸੀਂ ਬਣਾ ਲਈਆਂ ਨਾ। ਜਿਵੇਂ ਚਿੜੀਆਂ ਇੱਕ ਜਾਤ ਹੋ ਗਈ, ਚਿੜੀਆਂ ਦੇ ਵਿੱਚ ਕਿੰਨੀਆਂ ਅੱਗੇ ਚਿੜੀਆਂ ਕਈ ਪ੍ਰਕਾਰ ਦੀਆਂ ਨੇ। ਕਾਂ ਨੇ, ਉਹਨਾਂ ਦੀ ਆਪਣੀ ਇੱਕ ਜਾਤ ਹੋ ਗਈ। ਮਨੁੱਖ ਦੀ ਵੀ ਜਾਤ ਹੈ। ਕਰਤੂਤ ਪਸ਼ੂ ਕੀ ਮਾਨਸ, ਬੋਲੋ, ਕਰਤੂਤ ਪਸ਼ੂ ਕੀ ਮਾਨਸ ਕੀ ਜਾਤ ਹੈ, ਮਾਨਸ ਜਾਤ ਹੈ। ਅਸੀਂ ਜਾਤਾਂ ਬਣਾ ਲਿਆ, ਫਲਾਣੀ ਜਾਤ ਆ, ਫਲਾਣੀ ਜਾਤ। ਇਹ ਗਲਤ ਹੋ ਗਿਆ ਕੰਮ। ਅਸਲ ਜਾਤ ਇਹ ਨਹੀਂ। ਮਨੁੱਖਾਂ ਦੀ ਜਾਤ, ਪਰਿੰਦਿਆਂ ਦੀ ਜਾਤ, ਪੰਛੀਆਂ ਦੀ ਜਾਤ, ਦਰਖਤਾਂ ਦੀ ਜਾਤ, ਇਹ ਜਾਤਾਂ ਸੀਗੀਆਂ। ਜੀ ਜਾਤ ਰੰਗਾਂ ਕੈ ਨਾਮ। ਹੁਣ ਧਿਆਨ ਦਿਓ, ਹੁਣ ਪੰਜ ਪ੍ਰਮਾਣ ਦਾ ਅਰਥ ਨਿਕਲਣਾ। ਮੈਂ ਤੁਹਾਨੂੰ ਕੱਲ੍ਹ ਕਿਹਾ ਸੀ, ਜਿਹੜਾ ਸਰੀਰ ਦਾ ਤਾਂ ਨਾਂ ਹੈਗਾ, ਰੰਗ ਦਾ ਤਾਂ ਨਾਂ ਹੈਗਾ, ਇਹ ਰੰਗਾਂ ਦੇ ਆਧਾਰ 'ਤੇ ਨਾਂ ਨੇ। ਜੀ ਜਾਤ ਰੰਗਾਂ ਕੇ ਨਾਮ, ਇਹ ਨਾਂ ਰੱਖੇ ਨੇ। ਆ ਜੀ ਦਰਖਤ ਆ, ਬੋਰਡ ਦਾ ਜੀ ਦਾ, ਇਹਦੇ ਹੈਗੇ ਨਾ, ਇਹਨਾਂ ਦੇ ਨਾਂ ਨੇ। ਪਰ ਜਿਹੜੀ ਅੰਦਰਲੀ ਜੋਤ ਆ, ਉਹਦਾ ਕੀ ਨਾਂ? ਉਹਦਾ ਕੋਈ ਨਾਂ ਨਹੀਂ। ਫਿਰ ਜਿਹੜਾ ਉੱਥੇ ਪਹੁੰਚ ਗਿਆ, ਉਹਦੇ ਨਾਲ ਜੁੜਿਆ, ਉਹ ਸਭ ਪੰਚ ਨੇ, ਇੱਕ ਰੂਪ ਹੋ ਗਏ ਨਾ। ਫਿਰ ਬਾਬਾ ਰਵਿਦਾਸ ਵੀ ਉਸੇ ਰੂਪ 'ਚ ਹੀ ਹੈ। ਉਸੇ 'ਚ ਕਬੀਰ ਸਾਹਿਬ ਬੈਠੇ ਨੇ, ਉੱਥੇ ਫਰੀਦ ਬੈਠਾ ਹੈ, ਉੱਥੇ ਭਗਤ ਜੈਦੇਵ ਜੀ ਨੇ, ਉੱਥੇ ਬਾਬਾ ਨਾਨਕ ਹੈ। ਇੱਕੋ ਹੀ ਜੋਤ ਹੈ, ਸਭ ਇੱਕ ਜੋਤ 'ਚ ਨੇ। ਫਿਰ ਕਿਵੇਂ ਅਲੱਗ-ਅਲੱਗ ਹੋ ਗਏ? ਅਸੀਂ ਕੀ ਦੇਖਿਆ? ਅਸੀਂ ਬਾਹਰਲਾ ਦੇਖ ਲਿਆ, ਜੀ ਜਾਤ ਰੰਗਾਂ ਕੇ ਨਾਮ ਦੇਖ ਲਏ, ਬਾਹਰਲੇ ਸਰੀਰ ਦੇ, ਤਨ ਦੇ, ਉਹਦੇ ਆਧਾਰ 'ਤੇ ਅਸੀਂ ਨਾਮ ਰੱਖੀ ਬੈਠੇ ਹਾਂ। ਅਸੀਂ ਅਲੱਗ ਕਰ ਲਏ। ਜਿਹਨੇ ਜੋਤ ਦੇਖਣੀ ਹੈ, ਉਹ ਕੀ ਦੇਖੇਗਾ? ਉਹ ਨਿਰੰਕਾਰ ਨੂੰ ਦੇਖੇਗਾ। ਜਿਹਨੇ ਜਾਤ ਦੇਖਣੀ ਆ, ਉਹ ਆਕਾਰ ਨੂੰ ਦੇਖੇਗਾ। ਬਲਬ ਤਾਂ ਆਹ ਨਿੱਕੇ ਨਿੱਕੇ ਵੀ ਲੱਗੇ ਹੋਏ ਨੇ, ਆਹ ਵੱਡਾ ਵੀ ਲੱਗਿਆ ਹੋਇਆ, ਆਹ 2000 ਵਾਟ ਵੀ ਲੱਗੀ ਹੋਈ ਆ, ਹੈਗੇ ਕਿ ਨਹੀਂ? ਤੇ ਸਾਰੇ 'ਚ ਕਰੰਟ ਇੱਕੋ ਹੀ ਹੈ। ਅਸੀਂ ਕੀ ਦੇਖਦੇ ਹਾਂ? ਅਸੀਂ ਬਾਹਰਲੇ ਰੰਗ ਦੇਖਦੇ ਹਾਂ। ਇਸੇ ਕਰਕੇ ਗੜਬੜ ਹੁੰਦੀ ਆ। ਜਿਹੜਾ ਪੰਜ ਪ੍ਰਵਾਨ ਹੈ, ਉਹਦੀ ਦਰਗਾਹ 'ਚ ਪ੍ਰਵਾਨ ਜਿਹਨੇ ਹੋਣਾ ਹੈ, ਜਿਹੜਾ ਉਹਦੀ ਦਰਗਾਹ 'ਚ ਦਰਗਹਿ ਪਾਵੈ ਮਾਣ, ਉਹ ਪਾਊਗਾ ਜਿਹਨੇ ਇਸ ਗੱਲ ਨੂੰ ਮੰਨ ਲਿਆ। ਉਹੀ ਬਣੇਗਾ ਸਚਿਆਰਾ। ਜਿਹੜਾ ਬਾਹਰ ਫਿਰਦਾ ਹੈ, ਬਾਬਾ ਜੀ ਕਹਿੰਦੇ ਆਹ ਦੇਖੋ ਜੀ, ਇਹ ਇਹਨਾਂ ਚੀਜ਼ਾਂ ਨਾਲ ਨਹੀਂ। ਬਾਬਾ ਜੀ ਕਹਿੰਦੇ ਸਭਨ ਇਹ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ। ਇੱਥੇ ਵੀ ਬੜਾ ਰੌਲਾ ਪਿਆ। ਇਹ ਮੂਹਰੇ ਲਿਖਿਆ ਸ਼ਬਦ ਕਰਕੇ ਨਾ ਮਗਰਲਿਆਂ ਨੇ ਕਲਾਮ ਨੂੰ ਕਲਮ ਕਹਿਣਾ ਸ਼ੁਰੂ ਕਰਤਾ। ਇਹ ਵੀ ਗੜਬੜ ਹੈ। ਸਭਨਾ ਲਿਖਿਆ, ਸਾਰਿਆਂ 'ਤੇ ਲਿਖਿਆ, ਲੇਖਾ ਲਿਖਿਆ ਹੋਇਆ। ਹੁਣ ਪੜ੍ਹੋ ਪਿਛਲੀ ਪੰਕਤੀ, ਫਿਰ ਮੈਂ ਤਾਂ ਜੋੜਦਾ ਉਹਨਾਂ ਨਾਲ, ਇੱਥੇ ਅਰਥ ਕਲੀਅਰ ਹੋਏਗਾ। ਉਹ ਜਦੋਂ ਅਸੀਂ ਪੜ੍ਹਦੇ ਹਾਂ ਨਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਅੱਗੇ ਪੜ੍ਹੋ, ਹੁਕਮ ਰਜਾਈ ਚੱਲਣਾ, ਨਾਨਕ ਬੋਲੋ। ਇਹ ਲਿਖਿਆ ਨਾਲ ਕੀ ਹੈ? ਉਹ ਆ ਨਾਲ ਕੀ ਲਿਖ ਕੇ ਦਿੱਤਾ? ਇਹ ਲਿਖਿਆ ਹੋਇਆ ਹੀ ਹੁਕਮ ਹੈ। ਲਿਖਿਆ ਹੋਇਆ ਨਾਲ ਚੱਲਣਾ ਤੇਰੇ। ਲਿਖਿਆ ਹੋਇਆ ਐਵੇਂ ਇਹਨੇ ਰਿਟਨ 'ਚ ਨਹੀਂ ਹੈ। ਰੱਬ ਨੇ ਕਿਤੇ ਵੀ ਰਿਟਨ 'ਚ ਨਹੀਂ ਲਿਖਿਆ ਹੋਇਆ, ਕਿਉਂਕਿ ਜੇ ਉਹਨੂੰ ਲਿਖਣਾ ਪਊਗਾ ਫਿਰ ਕਾਗਜ਼ ਚਾਹੀਦਾ ਹੈ ਲਿਖਣ ਵਾਸਤੇ, ਜਿਹੜਾ ਅਸੀਂ ਕਹਿੰਦੇ ਹਾਂ। ਫਿਰ ਕਿੱਥੇ ਆ ਉਹ? ਇਹ ਸੌਖੀ ਜੀ ਗੱਲ ਹੈ ਤਾਂ ਜੀ, ਮੇਰੇ ਮੱਥੇ ਦੇ ਭਾਗ ਬਸ ਮਾੜੇ ਲਿਖੇ ਹੋਏ ਨੇ। ਉਹਨੂੰ ਭਾਜੀ ਵੀ ਇੱਥੇ ਪੜ੍ਹੇ, ਕਿੱਥੇ ਪੜ੍ਹੇ ਜਾਂਦੇ ਨੇ? ਲਿਖੇ ਹੋਏ ਨੇ ਜੇ, ਕਿੱਥੇ ਨੇ ਉਹ? ਹੋਰ ਸੌਖਾ ਕਰ ਲਓ।
आ फलाने ने मैनू यहो जी गल कही सी, मेरे तो अंदर बोलो लिखी गई। तुसी कित्थे लिखती, किवें लिखती, किहड़े पेपर ते लिखती? उवें लिखे हुए ने। ये उहदी लिखण की गल करते हैं। सबना लिखिया, उत्थे लिखिया, लिखिया नाल, सबना लिखिया बुढ़ी। बुढ़ी का मतलब लगातार चलती है। कलाम का अर्थ कलम ना करियो। कलाम पता की है? अरबी दे विच कहंदे ने कलाम पढ़ना, आवाज़ आ कलाम पढ़ता है, कलमा पढ़ना, हुक्म, इहदा अर्थ है हुक्म। सारियां ते हुक्म चल रहा, हुक्म दी कलम चल रही है, हुक्म दी चल रही है। जे तू इस लिखे हुए हुक्म दी कलम च आ जाएगा तू सचियारा बनेगा। कि सचियारा होई है कि कूड़े टुटे पाल, हुक्म रजाई चलना, नानक लिखिया। लिखिया नाल है, ये लिखिया होया है, सब नाल लिखिया बुढ़ी कलाम। ओहदे कलाम दे विच, ओहदी रजा दे विच, ओहदे हुक्म दे विच, कलम नाल नहीं। फिर की होएगा? हुण महाराज कहते सारी सृष्टि का जो है, कहते ये लेखा लिख जाने कोई। हुण तक तो दसिया नहीं किसी ने भी कित्थे लेखा लिखिया होया। ये लेखा लिख जाने कोई जान सकता इस लेखे नूं जिहड़ा रब ने लिखिया होया? जे लेख जान लैंदा ना, हुण तां हरेक ने कह देने बाबा आ काम कर मेल यार, जिन्ना भी इन्हां मटे दे सारा कुछ। अस तो सानूं तो रबड़ नहीं ना मिली वो साफ करने वाली। आ कागज़ पेंसिल नाल लिख लेंदे सी, जदी साफ कर देना। गलत काम करने वाले एवं करते सी, पेंसिल नाल लिख देना। ਇਹਦਾ ਤਾਂ ਲੇਖਾ पता ही नहीं लगता कित्थे लिखिया होया। हर बंदा मानता जी की करिए, साढ़े मेरे तो भाग ही माड़े ने, मेरे तो लेखा च ही यह कुछ लिखा नहीं भाई। फिर लिखण वाले ने कित्थे लिखता? पिछे भी अपनी एक बार काफ़ी गल हुई सी इस टॉपिक पर। जे बाबा बाणी ये कहती है, फरीद साहब कहते, फरीदा जे तू अकल लतीफ, जे तू अकल वाला है, अगे काले लिखना, ये कौन किनू कहते हैं? भी रब नूं कहते तू काले लिखना लिख। ये तो बंदे नूं कहते हैं। इसका मतलब की है? जिह जियां लिखियां ने भाई उहो जियां भरने। इसका मतलब लिखते कौन आ? फिर आप ही लिखते हैं। जे तू अकल लतीफ काले लिखना लिख, काले लिखना लिख, काला लेख लिखना बुरा, काला ब्लैक। असी लिख रहे हैं, आप ही लिखना है। चंगे लिख लो, माड़े लिख लो, तो चंगियाइयां बुराइयां ताही तो बची जांदियां ने। जे रब दियां लिखिया हुई फिर गल ही कोई नहीं। ये सिद्धांत फिर है कि रब दे नाल जिथे बाणी च लिखिया रिलेटेड, उत्थे फिर उहदे अर्थ कुछ होर ने। गुरु पातशाह कहते ये लेखा लिख जाने कोई, लेखा लिखिया केता होए। किन्ना क होएगा कौन दसेगा? कोई नहीं दस सकता। पिछ पढ़ के बेशुमार है, वो तो शुमार च नहीं लिखा जा सकता है। लेखा लिखिया केता होए, केता ताण, किन्ना को उहदे च ताण है। सवालियो किन्ना को सुंदर है रूप उहदा, सवालियो रूप। केती दात, किन्नियां को उहदे कोले दातां ने। जाणै कौन कूत, ये कूत का अर्थ पता की है? अंदाजा लाउणा, कूत करना, आइडिया लाउणा। कौन उहदा अंदाजा ला सकदा भी वह किन्नियां क दातां दा मालक है, किन्ना को सुंदर है, किन्ना को ताण बल वाला है? कोई नहीं दस सकता। हुण क्यों समझाइए बल क्यों क्या, क्यों किन्ना ताण? जिहड़ा एड्डी वड्डी धरती नूं आपदे धर्म दे रुज़म ते हुक्म च चलाई फिरदा, घमाई फिरदा, उहदा ताण किड्डा होएगा? कल्ली एक धरती थोड़ी, पता नहीं किन्नियां क धरतियां ने, किन्ना क ब्रह्मंड है, किड्डे क ब्रह्मंड। कोट ब्रह्मंड को ठाकुर स्वामी, वो मेरा मालिक था, करोड़ा ब्रह्मंडा का मालिक है, सारी उहदे हुक्म च चलदे ने। किड्डा ताण उहदा कोई दस सकदा? फिर बाबा जी कहते फिर क्यों कही जाने मैं धौले बलदे ने रोकिया क्यों? तो इत्थे लियाउंदे सी पॉइंट ते। इस करके कहंदे उस दा कौन जाने कौन कूत, कोई अंदाजा नहीं लसदा। ये तो कहंदे कीता पसाओ एको कवाओ। आ जिहड़ा पसारा कीता ना उहने, कबाउणा हुंदा बोलना। एक बोलण वास्ते आवाज़ चाहिदी आ, एक बोलण वास्ते फुरना चाहिदा। कबाओ हवा तो बिना रब ने सोचा, फुरना मनिया, इनू कुन कहा गया है, इन ओम कहा गया गा।
कुन कहते इस्लाम कहते जो उन्हें कुन कहा तो सारी सृष्टि बन गई। बाबा नानक कहते जो उन्हें कवाओ कहा तो सारी सृष्टि बन गई। गल एको ही है। कीता पसाओ सारा पसारा कीता एको कवाओ। फिर की होया तिसते होए लख दरियाओ। ये दरिया किहड़े ने? आ सतलुज वाला नहीं नहीं नहीं, पानी वाले दरिया नहीं है। तिसते होए लख दरियाओ। लख दरिया चल पे। किहड़े दरिया चल पे? आ परिंदियां दा, मनुखां दा, जानवरां दा, पंछियां दा, ये दरिया चल पे, सृष्टि चल पई। ये वो सृष्टि चलाउण दा पसारा करन दा उहदा ढंग है। गुरु पातशाह कहंदे तिसते होए लख दरियाओ। हुण जिहड़ी ये सारी सृष्टि उहने चला रहा ते कोई बंदा दसे भी ये तां जी धौले बलद ने खड़ाई हुई है, इहदा मतलब उहदा शुमार पा लिया उहने? बाबा नानक कहंदे नहीं नहीं, तो गलत है। जे कोई विचार करता है कित्थे उहदी विचार हो सकती है? कुदरत रारे नूं सियारी। हुण आ गए कुदरत च। कुदरत रारे नूं सियारी है, तत्ते नूं सियारी। कुदरत दे विच कुदरत कवन कहा विचार। मैं की विचार करा तेरी कुदरत दी? हो गए ना बाबे ने हथ कड़े। तो बंदा कहे जी ये तो धौल ने चक्या फलाना क्या? बाबा नानक कहता नहीं 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 कही जा सके। कुदरत कवन कहा विचार। मैं तो एको ही गल निबेड़ दी, वारिया न जावा एक बार। मैं तो ते तो एवं नहीं कहा सदकी भी मैं एक बारी भी सारी सृष्टि तो बार के ही जावा, इन्ना भी कह सकते? ये भी नहीं है। फिर गल निबेड़ दी, जो तुद भावै साई भलिकार। हुण आ गए उहदी रजा च। जो तैनूं चंगा लगदा, जो तुद भावै जिहड़ा तैनूं चंगा लगदा, साई उही भली कार, उही कार चंगी जिहड़ी तैनूं चंगी लगे। फिर बाबा जी कहते तू किनूं कहंदे ने? तू रब जी, तू सदा हमेशा सदा सलामत। सलामत हुंदा हमेशा ही रहण वाला। आद सच जुगाद सच। तू सदा सलामत निरंकार। हे निरंकार जी तू तो सदा ही है। तेरे बारे कोई दस नहीं सकता, तेरे बारे कोई बयान नहीं कर सकता। तू तो बेअंत है। इस करके किन्हां ने मिलिया? वह जेड़े पंच होके तेरे कोल पहुँच गए उन्होंने तो अपनी दरगाह च मान दे देना है, उन्होंने दरगाह दे विच मिला लेना। वो सारे एक रूप हो जाते हैं। ये फिर हुक्म भी उन्होंने पंचां दे ही चलता है, प्रधानगी उन्होंने पंचां दी भी चलती है। ये थोड़ी अभी देखो ना, सपोज करो हरेक नदी दरिया समुद्र च डिग पिया तो एक रूप हो गया ना। जे समुद्र चो छाला आया, किहड़ी नदी चो आया? कोई दस सकता? वो तो समुद्र चो आया। जे सारे मिल के रब विच एक रूप हो गए ने, निरंकार दा रूप ने, तो फिर हुक्म भी सारिਆਂ ਦਾ चल रहा। वो हुक्म रूप है, ये हुक्म है। मैं कहया सब हुक्म आओ जियो, ये हुक्म ही आया निरंकार दा। दूजा रूप कह सकते, ये रब दा हुक्म ही है बाणी। ये हुक्म है, ये सब उन्होंने राही आया तो उन्होंने रूप ने, एक रूप ही ने, सब पंच ने वो दर ते। इसलिए इस हुक्म च चलना, बाणी के हुक्म च चलना एवें है। जो पता लगे भी तो रब दा हुक्म है, जैसी में आवे खसम की बाणी तैसड़ा करी ज्ञान वे ला लो। फिर ये हुक्म च चल तू, जेड़ा हुक्म चलेगा हुक्म रजाई चलना। नानक लिखिया फिर हो जाएगा ना सचियारा। इसलिए बाबा जी कहते हैं भाई सचियारे वो बनते ने जिन्हों ने उस परमेश्वर दे हुक्म दे विच रहना कीता है, उहदे नाल जुड़ना हुआ है। जे को बुझै होवै सचियार। जे कोई इस गल नूं बुझ लेगा वो सचियार बन जाएगा, उहदे विच अपील हो जाएगा, वो सचियारा बनेगा। अगला की उपदेश करते हैं बाबा नानक, आपां कल विचारा।